ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਸੰਗਤ ਜੀ, ਅੱਜ ਅਸੀਂ ਇੱਕ ਐਸੇ ਵਿਸ਼ੇ 'ਤੇ ਗੱਲ ਕਰਾਂਗੇ ਜਿਸ ਦੇ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਨੇ, ਪਰ ਇਹ ਵਿਸ਼ਾ ਸਿੱਖੀਜ਼ਮ ਵਿੱਚ ਹੈ ਬਹੁਤ ਇੰਪੋਰਟੈਂਟ। ਅੱਜ ਦਾ ਵਿਸ਼ਾ ਜਿਸ ਦੇ ਬਾਰੇ ਅਸੀਂ ਗੱਲ ਕਰਾਂਗੇ, ਇਸ ਦੇ ਬਾਰੇ ਅਸੀਂ ਵਿਚਾਰ ਕਰਨੀ ਹੈ, ਉਹ ਹੈ ਜ਼ਫਰਨਾਮਾ। ਸੰਗਤ ਜੀ, ਸਭ ਤੋਂ ਪਹਿਲਾਂ ਅਸੀਂ ਇਸ ਦੇ ਅੱਖਰੀ ਅਰਥਾਂ ਨੂੰ ਸਮਝ ਲੈਂਦੇ ਹਾਂ। ਜ਼ਫਰਨਾਮਾ, ਜ਼ਫਰ ਯਾਨੀ ਜਿੱਤ, ਨਾਮਾ ਯਾਨੀ ਚਿੱਠੀ, ਯਾਨੀ ਜਿੱਤ ਦੀ ਚਿੱਠੀ, ਲੈਟਰ ਆਫ ਵਿਕਟਰੀ। ਸੰਗਤ ਜੀ, ਇਹ ਉਹ ਜਿੱਤ ਦੀ ਚਿੱਠੀ ਹੈ, ਯਾਨੀ ਜ਼ਫਰਨਾਮਾ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵਕਤ ਦੇ ਮੁਗਲ ਰਾਜੇ ਔਰੰਗਜ਼ੇਬ ਨੂੰ ਸੰਨ 1705 ਵਿੱਚ ਚਮਕੌਰ ਸਾਹਿਬ ਦੇ ਇਤਿਹਾਸਿਕ ਜੰਗ ਤੋਂ ਬਾਅਦ ਦੀਨਾ ਕੰਗੜ ਪਿੰਡ ਤੋਂ ਲਿਖੀ ਸੀ, ਜੋ ਕਿ ਦਸਮ ਗ੍ਰੰਥ ਵਿੱਚ ਜ਼ਫਰਨਾਮੇ ਦੇ ਨਾਮ ਤੋਂ ਦਰਜ ਹੈ। ਇਸ ਜ਼ਫਰਨਾਮੇ ਦੀਆਂ 11 ਆਇਤਾਂ ਹਨ। ਪਹਿਲੇ ਵਰਕੇ 'ਤੇ 9 ਸ਼ੇਰ ਅਤੇ ਅਗਲੇ 4 ਵਰਕਿਆਂ 'ਤੇ 21 ਸ਼ੇਰ ਹਨ। ਇਹ ਸਭ ਫਾਰਸੀ ਭਾਸ਼ਾ ਵਿੱਚ ਲਿਖੇ ਹੋਏ ਹਨ। ਸੰਗਤ ਜੀ, ਇਸ ਚਿੱਠੀ ਨੂੰ ਲੈ ਕੇ ਭਾਈ ਦਇਆ ਸਿੰਘ ਜੀ ਅਤੇ ਭਾਈ ਤਰਨ ਸਿੰਘ ਜੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਗਏ ਸੀ। ਸੰਗਤ ਜੀ, ਮੁੱਖ ਤੌਰ 'ਤੇ ਇਸ ਜ਼ਫਰਨਾਮੇ ਵਿੱਚ ਚਮਕੌਰ ਸਾਹਿਬ ਦੀ ਜੰਗ ਦਾ ਜ਼ਿਕਰ ਕੀਤਾ ਗਿਆ ਹੈ। ਕਮਾਲੇ ਕਰਾਮਾਤ ਕਾਇਮ ਕਰੀਮ ਰਾਜਾ ਬਖਸ਼ ਰਜ਼ਾਕ ਰਾਹਕੁਨ ਰਹੀਮ। ਸੰਗਤ ਜੀ, ਇਹ ਜ਼ਫਰਨਾਮੇ ਦੀਆਂ ਪਹਿਲੀਆਂ ਪੰਕਤੀਆਂ ਹਨ। ਇਸ ਜ਼ਫਰਨਾਮੇ ਵਿੱਚ ਸ਼ੁਰੂਆਤੀ 12 ਆਇਤਾਂ ਵਿੱਚ ਪਰਮਾਤਮਾ ਦੀ ਉਸਤਤ ਕੀਤੀ ਗਈ ਹੈ ਅਤੇ 13ਵੀਂ ਆਇਤਾਂ ਤੋਂ ਇਹ ਚਿੱਠੀ ਸ਼ੁਰੂ ਹੁੰਦੀ ਹੈ। ਇਸ ਚਿੱਠੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਬੇਖੌਫ ਹੋ ਕੇ ਪਹਿਲੇ ਤਾਂ ਔਰੰਗਜ਼ੇਬ ਦੀ ਬਹਾਦਰੀ ਦੀ ਤਾਰੀਫ ਕੀਤੀ ਹੈ ਅਤੇ ਬਾਅਦ ਵਿੱਚ ਨਿਡਰ ਹੋ ਕੇ ਉਸ ਦੇ ਜ਼ੁਲਮਾਂ ਅਤੇ ਉਸ ਦੀ ਕਾਇਰਤਾ ਦਾ ਜ਼ਿਕਰ ਬੜੇ ਖੁੱਲ੍ਹ ਕੇ ਕੀਤਾ ਹੈ। ਸੰਗਤ ਜੀ, ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੀ ਕਾਇਰ ਅਤੇ ਧੋਖਾ ਦੇਣ ਵਾਲੀ ਫੌਜ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਉਸ ਕਾਇਰ ਲੱਖਾਂ ਦੀ ਤਾਦਾਦ ਵਿੱਚ ਫੌਜ ਨੇ 40 ਭੁੱਖੇ ਅਤੇ ਨਿਹੱਥੇ ਸਿੰਘਾਂ 'ਤੇ ਕਿਵੇਂ ਹਮਲਾ ਕੀਤਾ ਸੀ। ਸੰਗਤ ਜੀ, ਇਸ ਜ਼ਫਰਨਾਮੇ ਵਿੱਚ ਗੁਰੂ ਸਾਹਿਬ ਨੇ ਉਸ ਦੀ ਕਾਇਰਤਾ ਦਾ ਵਰਣਨ ਖੁੱਲ੍ਹ ਕੇ ਕੀਤਾ ਹੈ ਕਿ ਕਿਵੇਂ ਆਪਣੇ ਜ਼ੁਲਮਾਂ ਅਤੇ ਕਾਇਰਤਾ ਨਾਲ ਪੂਰੇ ਇਸਲਾਮ ਨੂੰ ਉਸਨੇ ਕਿਵੇਂ ਕਲੰਕਿਤ ਕੀਤਾ ਸੀ। ਸੰਗਤ ਜੀ, ਔਰੰਗਜ਼ੇਬ ਇੱਕ ਬਹੁਤ ਕਰੂਰ ਸ਼ਾਸਕ ਸੀ। ਗੱਦੀ ਵਾਸਤੇ ਉਸਨੇ ਆਪਣੇ ਸਗੇ ਭਰਾਵਾਂ, ਭਤੀਜੇ, ਭਾਂਜੇ ਅਤੇ ਜੀਜੇ ਤੱਕ ਨੂੰ ਮਰਵਾ ਦਿੱਤਾ ਸੀ। ਹੋਰ ਤਾਂ ਹੋਰ, ਇਸਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਵੀ ਲਾਲ ਕਿਲ੍ਹੇ ਦੇ ਵਿੱਚ ਕੈਦ ਕਰਵਾ ਦਿੱਤਾ ਸੀ ਅਤੇ ਉਸ ਨੂੰ ਪੀਣ ਵਾਸਤੇ, ਆਪਣੇ ਪਿਤਾ ਜੀ ਨੂੰ ਪੀਣ ਵਾਸਤੇ ਪੂਰੇ ਦਿਨ ਵਿੱਚ ਕੇਵਲ ਅੱਧਾ ਕੱਪ ਪਾਣੀ ਹੀ ਦਿੱਤਾ ਜਾਂਦਾ ਸੀ। ਕਿਹਾ ਜਾਂਦਾ ਹੈ, ਇੱਕ ਦਿਨ ਸ਼ਾਹਜਹਾਂ ਇਹ ਪਾਣੀ ਇੱਕ ਸਿਆਹੀ ਵਿੱਚ ਮਿਲਾ ਕੇ ਉਸਨੇ ਲਿਖਣਾ ਸ਼ੁਰੂ ਕਰ ਦਿੱਤਾ। ਪਾਣੀ ਖਤਮ ਹੋਣ 'ਤੇ ਉਹਨਾਂ ਨੇ ਥੋੜ੍ਹਾ ਪਾਣੀ ਪੀਣ ਵਾਸਤੇ ਹੋਰ ਮੰਗਿਆ ਤਾਂ ਉਸ ਨੇ ਪਾਣੀ ਦੇਣ ਤੋਂ ਮਨਾ ਕਰ ਦਿੱਤਾ। ਸੰਗਤ ਜੀ,
ਇਹ ਉਹੀ ਔਰੰਗਜ਼ੇਬ ਰਾਜਾ ਹੈ ਜੋ ਹਰ ਰੋਜ਼ ਹਿੰਦੂਆਂ ਦੇ 1.25 ਲੱਖ ਜਨੇਊ ਉਤਾਰ ਕੇ ਉਹਨਾਂ ਨੂੰ ਮੁਸਲਮਾਨ ਬਣਾ ਕੇ ਪਾਣੀ ਪੀਂਦਾ ਸੀ। ਇਸ ਦਾ ਪੂਰੇ ਰਾਜ ਵਿੱਚ ਇੰਨਾ ਖੌਫ ਸੀ ਕਿ ਇਸ ਦੇ ਖਿਲਾਫ ਬੋਲਣ ਦੀ ਕਿਸੇ ਦੀ ਵੀ ਹਿੰਮਤ ਨਹੀਂ ਸੀ। ਸੰਗਤ ਜੀ, ਜ਼ਫਰਨਾਮੇ ਦੇ ਰਾਹੀਂ ਗੁਰੂ ਸਾਹਿਬ ਨੇ ਬੋਲਣ ਦੀ ਪਹਿਲੀ ਵਾਰ ਨਿਡਰ ਹੋ ਕੇ ਹਿੰਮਤ ਕੀਤੀ ਅਤੇ ਜਦੋਂ ਔਰੰਗਜ਼ੇਬ ਨੇ ਇਹ ਜ਼ਫਰਨਾਮਾ ਪੂਰਾ ਪੜ੍ਹਿਆ ਤਾਂ ਉਸ ਨੂੰ ਆਪਣੇ ਗੁਨਾਹਾਂ ਦਾ ਬੋਧ ਹੋਣਾ ਸ਼ੁਰੂ ਹੋ ਗਿਆ। ਉਹ ਆਪਣੇ ਕਰਮਾਂ ਕਰਕੇ ਹਮੇਸ਼ਾ ਪਛਤਾਉਣ ਲੱਗ ਗਿਆ ਅਤੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ। ਸੰਗਤ ਜੀ, ਜਦੋਂ ਇਸ ਜ਼ਫਰਨਾਮੇ ਬਾਰੇ ਪੂਰੀ ਆਵਾਮ ਨੂੰ ਪਤਾ ਲੱਗਿਆ ਤਾਂ ਪੂਰੀ ਆਵਾਮ ਵੀ ਉਸ ਰਾਜੇ ਨੂੰ ਲਾਹਨਤਾਂ ਪਾਉਣ ਲੱਗ ਗਈ ਤੇ ਕਹਿਣ ਲੱਗ ਗਈ, ਇਹ ਔਰੰਗਜ਼ੇਬ, ਤੇਰਾ ਮਕਸਦ ਤਾਂ ਕੇਵਲ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਨਾ ਸੀ। ਲੱਖਾਂ ਦੀ ਫੌਜ ਹੁੰਦਿਆਂ ਹੋਇਆਂ ਵੀ ਤੂੰ ਇਹ ਕੰਮ ਨਹੀਂ ਕਰ ਸਕਿਆ, ਸਗੋਂ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਕੇ ਤੂੰ ਪੂਰੇ ਇਸਲਾਮ ਨੂੰ ਧੋਖਾ ਦਿੱਤਾ ਹੈ। ਸੰਗਤ ਜੀ, ਹੁਣ ਔਰੰਗਜ਼ੇਬ ਬਿਮਾਰ ਰਹਿਣ ਲੱਗ ਗਿਆ ਅਤੇ ਕੁਝ ਦਿਨਾਂ ਬਾਅਦ ਮਰ ਗਿਆ। ਕਹਿੰਦੇ ਨੇ ਉਸ ਨੇ ਆਪਣੇ ਬੱਚਿਆਂ ਅਤੇ ਹੋਰ ਸਗੇ ਸੰਬੰਧੀਆਂ ਨੇ ਵੀ ਉਸਦੇ ਜੋ ਬੱਚੇ ਸੀ ਉਸਦੇ ਸਗੇ ਸੰਬੰਧੀਆਂ ਨੇ ਵੀ ਸੰਗਤ ਜੀ ਜਦੋਂ ਮਰਿਆ ਤੇ ਉਸ ਦੀ ਕਬਰ ਦੇ ਵਿੱਚ ਮਿੱਟੀ ਤੱਕ ਨੂੰ ਨਹੀਂ ਪਾਇਆ। ਇਤਨੀ ਉਹ ਨਫ਼ਰਤ ਉਹ ਬੱਚੇ ਵੀ ਜਿਹੜੇ ਉਹਦੇ ਆਪਣੇ ਸਗੇ ਸੰਬੰਧੀ ਵੀ ਸੀ ਉਹ ਕਰਨ ਲੱਗ ਪਏ। ਸੰਗਤ ਜੀ, ਇਹ ਸੀ ਇੱਕ ਲੈਟਰ ਆਫ ਵਿਕਟਰੀ ਯਾਨੀ ਕਿ ਜ਼ਫਰਨਾਮੇ ਦੀ ਇੱਕ ਛੋਟੀ ਜਿਹੀ ਜਾਣਕਾਰੀ। ਜੋ ਕੰਮ ਤਲਵਾਰ ਵੀ ਨਹੀਂ ਸੀ ਕਰ ਸਕਦੀ ਉਹ ਕੰਮ ਗੁਰੂ ਸਾਹਿਬ ਜੀ ਦੀ ਕਲਮ ਨੇ ਕਰ ਦਿੱਤਾ। ਭੁੱਲਾਂ ਚੁੱਕਾਂ ਦੀ ਮਾफ़ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।